ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੇ ਆਪਾਂ ਟੈਕਨੀਕਸ ਕਰ ਰਹੇ ਸੀ, ਟੈਕਨੀਕਸ ਆਫ ਸਾਇੰਟੀਫਿਕ ਮੈਨੇਜਮੈਂਟ ਕਿ ਟੇਲਰ ਨੇ ਕਿਹੜੀਆਂ ਟੈਕਨੀਕਸ ਦਿੱਤੀਆਂ, ਉਹਦੇ ਵਿੱਚ ਆਪਾਂ 4 ਟੈਕਨੀਕਸ ਕਰ ਲਈਆਂ ਸੀ। And now we will do what is motion study. कि motion study की हिंदी motion study is concerned with the determination of an appropriate and least possible number of activities required to be performed to accomplish any task with efficiency। कहते motion study ਦਾ ਮਤਲਬ ਇਹੀ ਆ ਕਿ ਤੁਸੀਂ ਇੱਕ ਜਿਹੜਾ ਵਾ ਜਿਹੜਾ ਮੈਨੇਜਰ ਉਹਨੇ ਇਹ ਚੀਜ਼ ਨੂੰ ਵੇਖਣਾ ਕਿ ਕਿੰਨੀ ਵਾਰੀ ਇੱਕ ਵਰਕਰ ਆ ਉੱਠਦਾ ਵਾ, ਕਿੰਨੀ ਵਾਰੀ ਇੱਕ ਵਰਕਰ ਜਦੋਂ ਕੰਮ ਕਰਦਾ ਕਿੰਨੀ ਵਾਰੀ ਉੱਠਦਾ ਵਾ, ਉਹ ਵੇਖਣਾ। ਠੀਕ ਹੈ, ਅਤੇ ਕਿੰਨੀ ਵਾਰੀ ਉਹ ਕੰਮ ਪਰਫੋਰਮ ਕਰਨ ਲੱਗਿਆ ਕਿੰਨੀ ਵਾਰੀ ਆਪਣੀ ਜਗ੍ਹਾ ਤੋਂ ਉੱਠ ਕੇ ਵਾਸ਼ਰੂਮ ਜਾਂਦਾ ਵਾ ਜਾਂ ਰॉ ਮਟੀਰੀਅਲ ਲੈਣ ਜਾਂਦਾ, ਕਿੰਨੀ ਵਾਰੀ ਉੱਠਦਾ। ਠੀਕ ਹੈ, ਅੰਡਰ ਇਟ production processes made more efficient and effective by eliminating unnecessary, inefficient and unproductive activities। ਕਹਿੰਦੇ ਕਿ ਇਹਦੇ ਵਿੱਚ ਇਹ ਵੇਖਿਆ ਜਾਣਾ ਵਾ ਕਿ ਆਪਾਂ ਘੱਟ ਤੋਂ ਘੱਟ ਐਲੀਮੀਨੇਟ ਕਰੀਏ ਚੀਜ਼ਾਂ ਨੂੰ, ਕਿ ਕਿੰਨੀ ਵਾਰੀ ਉੱਠਦਾ। ਜੇ ਉਹ 10 ਵਾਰੀ ਉੱਠਦਾ ਵਾ, ਉਹ 10 ਵਾਰੀ ਰॉ ਮਟੀਰੀਅਲ ਲੈਣ ਜਾਂਦਾ, ਉਹ ਚੀਜ਼ ਨੂੰ ਐਲੀਮੀਨੇਟ ਕਰੀਏ ਤਾਂ ਜੋ ਉਹ ਟਾਈਮ ਸੇਵ ਹੋ ਸਕੇ ਅਤੇ ਵੱਧ ਤੋਂ ਵੱਧ ਉਹ ਕੀ ਕਰ ਸਕੇ, ਪ੍ਰੋਡਕਸ਼ਨ ਕਰ ਸਕੇ। ਠੀਕ ਹੈ ਜੀ, ਅਨਨੈਸੈਸਰੀ ਜਿਹੜੀਆਂ ਚੀਜ਼ਾਂ ਵਾ, ਜੇ ਵਾਸ਼ਰੂਮ ਉਹ 10 ਵਾਰੀ ਵਾਸ਼ਰੂਮ ਦੀ ਤਾਂ ਚਲੋ ਗੱਲ ਛੱਡੋ, ਜਿੱਦਾਂ ਹੁਣ ਆਪਾਂ ਕਹਿ ਦਿੰਦੇ ਕਿ ਕਈਆਂ ਨੂੰ ਆਦਤ ਹੁੰਦੀ ਹੈ ਕਿ ਜਾਣ ਕੇ 5 ਵੀ ਜਿੱਦਾਂ ਤੁਸੀਂ ਜਾਂਦੇ ਜੋ ਹਰ ਲੈਕਚਰ ਦੇ ਵਿੱਚ ਇੱਕ ਵਾਰੀ ਜਾਣਾ ਦੈਟ ਮੀਨਸ ਉਹ ਅਨਨੈਸੈਸਰੀ ਨੂੰ ਘਟਣਾ ਅਤੇ ਸਾਰੇ ਦਿਨ 'ਚ 2 ਜਾਂ 3 ਵਾਰੀ ਭੇਜਣਾ। ਠੀਕ ਹੈ, ਜਾਂ ਵਰਕਰ ਜਿਹੜਾ ਰॉ ਮਟੀਰੀਅਲ ਲੈਣ ਜਾਂਦਾ ਉਹਨੂੰ 10 ਵਾਰੀ ਜੇ ਜਾਂਦਾ ਵਾ ਅਤੇ ਉਹਨੂੰ ਇਹ ਦੇਖਣਾ ਕਿ ਰॉ ਮਟੀਰੀਅਲ ਉਹਦੇ ਲਾਗੇ ਹੀ ਲਿਆ ਕੇ ਰੱਖਿਆ ਜਾਵੇ ਤਾਂ ਜੋ ਉਹ ਵਾਰ ਉੱਠੇ ਨਾ, ਅਤੇ ਜਦੋਂ ਉੱਠਦਾ ਵਾ ਤਾਂ ਓਬਵੀਅਸਲੀ ਦਾ ਟਾਈਮ ਵੇਸਟ ਹੁੰਦਾ ਵਰਕਰ ਦਾ, ਅਤੇ ਜੋ ਟਾਈਮ ਵੇਸਟ ਨਹੀਂ ਹੋਊਗਾ ਓਬਵੀਅਸਲੀ ਉਹ ਵੱਧ ਤੋਂ ਵੱਧ ਕੀ ਕਰੂਗਾ, ਪ੍ਰੋਡਕਸ਼ਨ ਕਰੂਗਾ। Consequently every task gets accomplished in less time। ਫਿਰ ਓਬਵੀਅਸਲੀ ਜਦੋਂ ਬੰਦਾ ਨਹੀਂ ਬਾਰ ਉੱਠੂਗਾ, ਵਰਕਰ ਨਹੀਂ ਉੱਠੂਗਾ, ਅਤੇ ਹਰ ਇੱਕ ਕੰਮ ਕੀ ਹੋਊਗਾ, ਘੱਟ ਟਾਈਮ 'ਚ ਹੋਊਗਾ। ਐਂਡ ਐਟ ਲੋ ਕੋਸਟ ਐਂਡ ਦ ਪ੍ਰੋਡਕਟੀਵਿਟੀ ਆਫ ਦ ਔਰਗਨਾਈਜੇਸ਼ਨ ਇਨਕਰੀਜ਼ਿਜ਼। ਓਬਵੀਅਸਲੀ ਔਰਗਨਾਈਜੇਸ਼ਨ ਦੀ ਪ੍ਰੋਡਕਟੀਵਿਟੀ ਕੀ ਹੋ ਜੂਗੀ, ਇਨਕਰੀਜ਼ ਹੋ ਜੂਗੀ। ਠੀਕ ਹੈ, ਅਕੋਰਡਿੰਗ ਟੂ ਦ ਟੇਲਰ ਵੇਰੀਅਸ ਐਕਟੀਵਿਟੀਜ਼ ਪਰਫੋਰਮ ਬਾਈ ਐਨ ਐਵਰੇਜ ਇੰਪਲੋਏ ਟੂ ਕੰਪਲਿਸ਼ ਐਨੀ ਟਾਸਕ ਸ਼ੁੱਡ ਬੀ ਰੈਗੂਲਰਲੀ ਨੋਟਡ ਮੈਨੀ ਟਾਈਮਸ ਟੂ ਕੈਰੀ ਆਊਟ ਮੋਸ਼ਨ ਸਟੱਡੀ। ਕਹਿੰਦੇ ਆ ਕਿ ਇਹਦੇ ਵਿੱਚ ਕੀ, ਫਿਰ ਇਹਦੇ ਵਿੱਚ ਦੇਖੋ ਟੇਲਰ ਨੇ ਹਮੇਸ਼ਾ ਇੱਕ ਕੀ ਆ, ਐਵਰੇਜ ਵਰਕਰ ਹੀ ਲਿਆ ਵਾ। ਉਹ ਕਹਿੰਦਾ ਵਾ ਕਿ ਐਵਰੇਜ ਵਰਕਰ ਨੂੰ ਤੁਸੀਂ ਬਾਰ ਵੇਖੋ ਕਿ ਉਹ ਇੱਕ ਕੰਮ ਨੂੰ ਪਰਫੋਰਮ ਕਰਨ ਲਈ ਕਿੰਨੀ ਵਾਰੀ ਉੱਠਦਾ ਵਾ। ਠੀਕ ਹੈ, ਦੈਨ ਇਹ ਡਿਟੇਲ ਐਨਾਲਿਸਿਸ ਆਫ ਆਲ ਦਿਸ ਐਕਟੀਵਿਟੀਜ਼ ਸ਼ੁੱਡ ਬੀ ਮੇਡ ਔਨ ਦ ਬੇਸਿਸ ਆਫ ਦਿਸ ਐਨਾਲਿਸਿਸ ਪ੍ਰੋਡਕਟਿਵ ਐਕਟੀਵਿਟੀ ਸ਼ੁੱਡ ਬੀ ਡਿਫਰੈਂਸ਼ੀਏਟ ਫਰੋਮ ਅਨਪ੍ਰੋਡਕਟਿਵ, ਇਨਐਫੀਸ਼ੀਐਂਟ ਐਂਡ ਅਨਨੈਸੈਸਰੀ ਐਕਟੀਵਿਟੀਜ਼। ਕਹਿੰਦੇ ਜਦੋਂ ਵੇਖੀਦਾ ਵਾ ਕੋਈ ਕਿੰਨੀ ਵਾਰੀ ਉਹ ਉੱਠਦਾ ਵਾ, ਅਤੇ ਆਪਾਂ ਉਹਦੇ ਵਿੱਚੋਂ ਵੇਖਣਾ ਵਾ ਕਿ ਕਿੰਨੀ ਵਾਰੀ ਉਹ ਵੀ ਸਹੀ ਕੰਮ ਲਈ ਗਿਆ ਵਾ ਅਤੇ ਕਿੰਨੀ ਵਾਰੀ ਉਹ ਜਾਣ ਬੁੱਝ ਕੇ ਗਿਆ। ਅਤੇ ਕਹਿੰਦੇ ਉਹ ਜਦੋਂ ਵਰਕਰ ਨੂੰ ਆਪਾਂ ਦੇਖਦੇ ਹਾਂ ਅਤੇ ਫਿਰ ਆਪਾਂ ਕੀ ਕਰਾਂਗੇ, ਇੱਕ ਐਵਰੇਜ ਵਰਕਰ ਨੂੰ ਦੇਖ ਕੇ ਆਪਾਂ ਜਿਹੜੀਆਂ ਚੀਜ਼ਾਂ ਦੀ ਤਾਂ ਉਹਨੂੰ ਜ਼ਰੂਰਤ ਆ, ਬਾਰ ਉੱਠਣ ਦੀ ਲੋੜ ਆ, ਉਹ ਠੀਕ ਆ, ਆਪਾਂ ਉਹਨੂੰ ਠੀਕ ਆ ਮੰਨਾਂਗੇ। ਬਟ ਜੇ ਉਹ ਬਿਨ ਮਤਲਬ ਤੋਂ ਜਾਂਦੇ ਤਾਂ ਉਹ ਚੀਜ਼ਾਂ ਨੂੰ ਕੀ ਕਰੂਗਾ, ਐਲੀਮੀਨੇਟ ਕਰਾਂਗੇ ਆਪਾਂ, ਉਹ ਚੀਜ਼ਾਂ ਨੂੰ ਕੱਢ ਦਾਂਗੇ, ਮੈਨੇਜਰ ਉਹਨੂੰ ਨਹੀਂ ਜਾਣ ਦਊਗਾ। ਠੀਕ ਹੈ ਜੀ, on this basis request appropriate activities to perform that task with efficiency should be determined। for example, suppose an employee has to rapidly go to the store to get raw material for the production of each unit of output। ਕਹਿੰਦੇ ਕਿ ਉਹਨੇ ਦੇ ਮੈਨੇਜਰ ਨੇ ਕਿਹਾ ਕਿ ਉਹ ਬਾਰ raw material ਲੈਣ ਜਾਂਦਾ, ਆਪਣੀ ਜਗ੍ਹਾ ਤੋਂ ਉੱਠ ਕੇ ਸਟੋਰ 'ਚ ਜਾਂਦਾ raw material ਲੈਣ। in such a situation raw material required for full day may be brought and kept near the worker in the beginning of day's work। ਕਹਿੰਦੇ ਕਿ ਇਹਦੇ ਵਿੱਚ ਕੀ ਕਰਨਾ ਚਾਹੀਦਾ ਆਪਾਂ ਨੂੰ ਕਿ ਇਹ ਦੇਖਿਆ ਅਤੇ ਆਪਾਂ ਨੂੰ ਜਦੋਂ ਪਤਾ ਲੱਗਾ ਵੀ ਉਹ 10 ਵਾਰੀ ਉੱਠਦਾ ਜਾਂ 20 ਵਾਰੀ ਉੱਠਦਾ ਬਾਰ ਅਤੇ ਸਾਰੇ ਦਿਨ ਦਾ ਰॉ ਮਟੀਰੀਅਲ ਉਹਦੇ ਲਾਗੇ ਲਿਆ ਕੇ ਰੱਖ ਦੇਣਾ ਚਾਹੀਦਾ ਤਾਂ ਜੋ ਤੁਹਾਡਾ ਟਾਈਮ ਸੇਵ ਹੋ ਸਕੇ, ਉਹ ਬਾਰ ਉੱਠ ਨਾ ਸਕਦੇ, ਤਾਂ ਜੋ ਔਰਗਨਾਈਜੇਸ਼ਨ ਨੂੰ ਟਾਈਮ ਸੇਵ ਹੋ ਸਕੇ, ਔਰਗਨਾਈਜੇਸ਼ਨ ਦਾ ਤਾਂ ਵੱਧ ਤੋਂ ਵੱਧ ਪ੍ਰੋਡਕਟਸ ਬਣ ਸਕਣ। ਠੀਕ ਹੈ ਜੀ, ਆਬਜੈਕਟਿਵਸ ਕੀ ਆ, ਡਿਟਰਮਾਈਨ ਰਿਕੁਐਸਟ ਐਕਟੀਵਿਟੀਜ਼ ਟੂ ਕੰਪਲੀਟ ਦ ਟਾਸਕ ਇਨ ਸਾਇੰਟੀਫਿਕ ਵੇ। ਠੀਕ ਹੈ ਨਾ, ਉਹੀ ਕਿ ਕਿੰਨੀਆਂ ਐਕਟੀਵਿਟੀਜ਼ ਇੱਕ ਦਿਨ 'ਚ ਕਿੰਨੀ ਵਾਰੀ ਉੱਠਦਾ, ਆਪਾਂ ਇਹ ਚੀਜ਼ ਵੇਖਣੀ। ਠੀਕ ਹੈ, ਟੂ ਐਲੀਮੀਨੇਟ ਉਹੀ ਗੱਲ ਹੋ ਗਈ ਜੋ ਹੁਣੇ ਪੜ੍ਹਿਆ ਕਿ ਐਲੀਮੀਨੇਟ ਕਰਨਾ, ਜਿਹੜੇ ਫਾਲਤੂ ਈਵੈਂਟਸ ਆ ਉਹਨਾਂ ਨੂੰ ਐਲੀਮੀਨੇਟ ਕਰਨਾ ਤਾਂ ਜੋ ਵੱਧ ਤੋਂ ਵੱਧ ਆਪਾਂ ਆਪਣਾ ਅਚੀਵ ਕਰ ਸਕੀਏ। ਠੀਕ ਹੈ ਜੀ, ਗੋਲਸ ਨੂੰ ਅਚੀਵ ਕਰ ਸਕੀਏ ਅਤੇ ਪ੍ਰੋਡਕਸ਼ਨ ਕਰ ਸਕੀਏ। ਟੂ ਡਿਵੈਲਪ ਰਿਕੁਆਇਰਡ ਟੂਲਸ ਮਸ਼ੀਨਸ ਸੈਕਟਰ ਟੂ ਕੰਪਲੀਟ ਦਾ ਟਾਸਕ ਐਫੀਸ਼ੀਐਂਟਲੀ। ਕਹਿੰਦੇ ਕਿ ਇਹਦੇ ਵਿੱਚ ਕੀ ਕਰਨਾ ਵਾ ਕਿ ਆਪਾਂ ਨੂੰ ਕਿ ਮੋਸ਼ਨ ਸਟੱਡੀ ਦੇ ਵਿੱਚ ਉਹਨਾਂ ਨੇ ਲਾਗੇ ਟੂਲਸ ਜਾਂ ਮਸ਼ੀਨਸ ਲਿਆ ਕੇ ਰੱਖਣੀਆਂ ਤਾਂ ਜੋ ਤੁਹਾਡਾ ਉਹਨੂੰ ਬਾਰ ਉੱਠਣਾ ਨਾ ਪਵੇ ਵਰਕਰ ਨੂੰ, ਤਾਂ ਜੋ ਟਾਈਮ ਦੀ ਵੇਸਟੇਜ ਨਾ ਹੋਵੇ। ਠੀਕ ਆ, ਟੂ ਇੰਪਰੂਵ ਦ ਸਪੀਡ ਐਂਡ ਐਫੀਸ਼ੀਐਂਸੀ ਆਫ ਦ ਔਰਗਨਾਈਜੇਸ਼ਨ। ਅਤੇ ਜਦੋਂ ਮੋਸ਼ਨ ਸਟੱਡੀ ਦੇ ਵਿੱਚ ਓਬਵੀਅਸਲੀ ਜਦੋਂ ਆਪਾਂ ਉਹਨੂੰ ਐਲੀਮੀਨੇਟ ਕਰਾਂਗੇ, ਈਵੈਂਟਸ ਨੂੰ ਐਲੀਮੀਨੇਟ ਕਰਾਂਗੇ, ਜਿਹੜੇ ਉਹ ਬੇਫਾਲਤੂ ਜਗ੍ਹਾ 'ਤੇ ਜਾਂਦੇ ਆ ਉਹ ਐਲੀਮੀਨੇਟ ਕਰਾਂਗੇ, ਉਹਦੇ ਨਾਲ ਤੁਹਾਡੀ ਔਰਗਨਾਈਜੇਸ਼ਨ ਦੀ ਓਬਵੀਅਸਲੀ ਕੀ ਵਧੂਗੀ, ਸਪੀਡ ਵਧੂਗੀ ਅਤੇ ਔਰਗਨਾਈਜੇਸ਼ਨ ਦੀ ਐਫੀਸ਼ੀਐਂਸੀ ਇੰਪਰੂਵ ਹੋਊਗੀ। ਠੀਕ ਹੈ ਜੀ, ਨੈਕਸਟ ਵਨ ਇਜ਼ ਦੈਟ ਕਿ ਟਾਈਮ ਸਟੱਡੀ ਅਤੇ ਮੋਸ਼ਨ ਸਟੱਡੀ ਦੇ ਵਿੱਚ ਡਿਫਰੈਂਸ ਕੀ ਆ। ਬੱਚੇ ਇਹ ਦੋਵੇਂ ਚੀਜ਼ਾਂ ਤੁਸੀਂ ਆਪਣੇ ਆਪ ਪੜ੍ਹਨੀਆਂ ਵਾ, ਕਿਉਂਕਿ ਇਹ ਮੈਂ ਤੁਹਾਨੂੰ ਡਿਫਰੈਂਸ ਕਰਵਾ ਚੁੱਕੀ ਹਾਂ। ਠੀਕ ਹੈ, ਅਤੇ ਮੈਂ ਤੁਹਾਨੂੰ ਇਹਦੇ ਉੱਤੇ YouTube ਉੱਤੇ ਉੱਦਾਂ ਵੀ ਲਿੰਕ ਪਾਇਆ ਸੀ, ਦੇਖ ਲਿਓ। ਨਹੀਂ ਸਮਝ ਆਊਗੀ ਤਾਂ ਮੈਨੂੰ ਦੱਸ ਦਿਓ, ਗਰੁੱਪ ਦੇ ਵਿੱਚ ਮੈਂ ਦੁਬਾਰਾ ਸਮਝਾ ਦੂੰਗੀ। ਠੀਕ ਹੈ ਜੀ, ਨੈਕਸਟ ਵਨ ਇਜ਼ ਦੈਟ ਕਿ ਫਟੀਕ ਸਟੱਡੀ, ਕਿ ਫਟੀਕ ਸਟੱਡੀ ਕੀ ਹੁੰਦੀ ਹੈ।
ਬੱਚੇ ਫਟੀਕ ਸਟੱਡੀ ਦਾ ਮਤਲਬ ਹੁੰਦਾ ਕਿ ਫਟੀਕ ਦਾ ਮਤਲਬ ਹੁੰਦਾ ਥੱਕਣਾ, ਠੀਕ ਆ। ਪੰਜਾਬੀ ਦੀ ਭਾਸ਼ਾ ਦੇ ਵਿੱਚ ਆਪਾਂ ਫਟੀਕ ਨੂੰ ਕੀ ਕਹਿੰਦੇ, ਥੱਕਣਾ। ਹੁਣ ਇਹਦੇ ਵਿੱਚ ਵੇਖੋ ਕਿ ਟੇਲਰ ਨੇ ਇਹ ਵੀ ਕੀ ਵੇਖਿਆ ਕਿ ਜਦੋਂ ਇੱਕ ਵਰਕਰ ਜਦੋਂ ਥੱਕਦਾ ਵਾ ਤੇ ਉਹਨੂੰ ਰੈਸਟ ਦੀ ਜ਼ਰੂਰਤ ਆ। ਸੋ ਉਹਨੇ ਅਬਜ਼ਰਵ ਕੀਤਾ ਕਿ ਜੋ ਵਰਕਰ ਕੰਟੀਨਿਊਸਲੀ ਕੰਮ ਨਹੀਂ ਕਰ ਸਕਦਾ, ਫੋਰ ਐਗਜ਼ਾਮਪਲ ਜਦੋਂ ਅਸੀਂ ਸਕੂਲ ਜਾਂਦੇ ਹਾਂ ਤਾਂ ਸਾਨੂੰ 2 ਜਾਂ 3 ਲੈਕਚਰਸ ਦੇ ਬਾਅਦ ਕੀ ਮਿਲਦੀ ਹੈ, ਰੈਸਟ ਮਿਲਦੀ ਹੈ, ਇੱਕ ਫ੍ਰੀ ਲੈਕਚਰ ਮਿਲਦਾ, ਠੀਕ ਹੈ। ਇੱਦਾਂ ਹੀ ਟੇਲਰ ਨੇ ਵੀ ਵੇਖਿਆ ਕਿ ਵਰਕਰਸ ਸਾਰਾ ਦਿਨ ਕੰਮ ਨਹੀਂ ਕਰ ਸਕਦੇ, ਜੇ ਸਾਰਾ ਦਿਨ ਕੰਮ ਕਰਨਗੇ ਤੇ ਉਹ ਕੀ ਹੋ ਜਾਣਗੇ, ਕੰਮ ਬੈਟਰ ਪਰਫਾਰਮ ਨਹੀਂ ਕਰ ਸਕਦੇ। ਫਟੀਕ ਸਟੱਡੀ ਇਜ਼ concerned with the determination of the time interval between various rest breaks given to employee during work and also with the span of time interval of rest breaks। ਕਹਿੰਦਾ ਕਿ ਫਟੀਕ ਸਟੱਡੀ ਦੇ ਵਿੱਚ ਆਪਾਂ ਇਹ ਚੀਜ਼ ਨੂੰ ਵੇਖਣਾ ਵਾ ਕਿ ਇੱਕ ਵਰਕਰ ਨੂੰ ਆਪਾਂ ਕਿੰਨੀ ਵਾਰੀ ਬ੍ਰੇਕ ਦੇਣੀ ਆ, ਕਿ ਜੇ ਉਹ ਕੰਮ ਕਰ ਰਿਹਾ ਵਾ ਤਾਂ 2 ਘੰਟੇ ਬਾਅਦ ਉਹਨੂੰ 15 ਮਿੰਟ ਦੀ ਬ੍ਰੇਕ ਦੇਣੀ, ਜਾਂ 3 ਘੰਟੇ ਬਾਅਦ ਉਹਨੂੰ 10 ਮਿੰਟ ਦੀ ਬ੍ਰੇਕ ਦੇਣੀ ਆ, ਠੀਕ ਹੈ। ਕਹਿੰਦੇ ਕਿ ਉਹਦੇ ਵਿੱਚ ਉਹਨੇ ਇਹ ਸਟੱਡੀ ਕੀਤੀ ਕਿ ਜੇ ਆਪਾਂ ਵਰਕਰ ਨੂੰ ਸਾਰਾ ਦਿਨ ਕੰਮ ਕਰਵਾਵਾਂਗੇ ਤਾਂ ਉਹ ਬੈਟਰ ਪਰਫਾਰਮ ਨਹੀਂ ਕਰ ਸਕਦਾ। ਅੰਡਰ ਫਟੀਕ ਸਟੱਡੀ ਐਨ EMPLOYEE is regularly observed while working and his productivity is noted whenever his productivity begins to decline। ਕਹਿੰਦੇ ਕਿ ਜਦੋਂ ਉਹ ਘੱਟ ਤੋਂ ਘੱਟ ਪਰਫਾਰਮ ਕਰਦਾ, he needs rest due to fatigue, ਤੇ ਉਹਨੂੰ ਰੈਸਟ ਚਾਹੀਦੀ ਕਿਉਂਕਿ ਉਹ ਥੱਕ ਜਾਂਦਾ ਹੈ, ਠੀਕ ਹੈ। by repeating this process several times an average time may be determined as to determine that after how much time does the employer needs rest। ਕਹਿੰਦੇ ਕਿ ਐਵਰੇਜ ਵਰਕਰ ਨੂੰ ਤੁਸੀਂ ਵੇਖਿਆ, ਉਹਨੂੰ ਅਬਜ਼ਰਵ ਕੀਤਾ ਕਿ ਉਹਨੂੰ ਕਿੰਨੇ ਟਾਈਮ ਬਾਅਦ ਰੈਸਟ ਚਾਹੀਦੀ, ਕਿ ਜਦੋਂ ਉਹਦੀ ਪ੍ਰੋਡਕਟੀਵਿਟੀ ਕੰਮ ਕਰਨਾ ਘੱਟ ਕਰ ਦਿੰਦਾ ਦੈਟ ਮੀਨਸ ਉਹਨੂੰ ਰੈਸਟ ਚਾਹੀਦੀ। ਫੋਰ ਐਗਜ਼ਾਮਪਲ ਕਿ ਤੁਸੀਂ ਵੇਖਿਆ ਕਿ 2 ਘੰਟੇ ਬਾਅਦ ਉਹ ਵਰਕਰ ਕੀ ਆ, ਘੱਟ ਕੰਮ ਪਰਫਾਰਮ ਕਰਦਾ, ਤੇ ਉਹਨੂੰ 2 ਘੰਟੇ ਬਾਅਦ 15 ਮਿੰਟ ਦੀ ਕੀ ਮਿਲੂਗੀ, ਰੈਸਟ ਮਿਲੂਗੀ, ਠੀਕ ਹੈ। ਅਲੋਂਗ with this one has on the basis of the function of the employ the span of time interval of rest break can be determined। ਤੇ ਉਹਦੇ ਬੇਸਿਸ ਤੇ ਹੀ ਆਪਾਂ ਕੀ ਆ, ਰੈਸਟ ਬ੍ਰੇਕ ਡਿਸਾਈਡ ਕਰਾਂਗੇ 15 ਮਿੰਟ ਦੀ ਦੇਣੀ ਜਾਂ 20 ਮਿੰਟ ਦੀ ਦੇਣੀ, ਠੀਕ ਆ। this time interval should be such that employee should be able to work with full efficiency after rest। ਤੇ ਇਹਦਾ ਮਤਲਬ ਕਹਿੰਦੇ ਆ ਕਿ ਉਹਨੂੰ ਰੈਸਟ ਤਾਂ ਕਰਕੇ ਦਿੱਤੀ ਗਈ ਹੈ ਤਾਂ ਜੋ ਆਫਟਰ ਰੈਸਟ ਦੇ ਬਾਅਦ ਵਰਕਰ ਬੈਟਰ ਪਰਫਾਰਮ ਕਰ ਸਕੇ, ਠੀਕ ਆ। ਦੇਖੋ ਫੋਰ ਐਗਜ਼ਾਮਪਲ ਸਪੋਜ਼ ਫਟੀਕ ਸਟੱਡੀ ਰਿਵੀਲਸ that the efficiency of employee begins to decline after 2 hours, ਕੇ 2 ਘੰਟੇ ਬਾਅਦ ਉਹ ਕੰਮ ਨਹੀਂ ਕਰ ਸਕਦਾ ਤਾਂ ਉਹਨੂੰ 15 ਮਿੰਟ ਦੀ ਕੀ ਮਿਲੂਗੀ, ਰੈਸਟ ਮਿਲੂਗੀ, ਤਾਂ ਆਫਟਰ 15 ਮਿੰਟ ਉਹ ਫਿਰ ਕੰਮ ਕਰਨਾ ਸ਼ੁਰੂ ਕਰ ਦੂਗਾ, ਠੀਕ ਆ। ਆਬਜੈਕਟਿਵਸ ਕੀ ਆ, ਦੇਖੋ ਟੂ ਡਿਟਰਮਾਈਨ ਦ ਸਪੈਨ ਆਫ ਦ ਰੈਸਟ ਟਾਈਮ ਟੂ ਬੀ ਗਿਵਨ ਟੂ ਦ EMPLOYEE, ਕਿ ਕਹਿੰਦੇ ਇਹ ਵੇਖਣਾ ਫਟੀਕ ਸਟੱਡੀ ਦੇ ਵਿੱਚ ਕਿ ਕਿੰਨੇ ਘੰਟੇ ਬਾਅਦ ਉਹਨੂੰ ਰੈਸਟ ਦੇਣੀ, 2 ਘੰਟੇ ਬਾਅਦ ਜਾਂ 3 ਘੰਟੇ ਬਾਅਦ, ਠੀਕ ਆ। ਟੂ ਡਿਟਰਮਾਈਨ ਦ ਟਾਈਮ ਇੰਟਰਵਲ ਬਿਟਵੀਨ ਰੈਸਟ ਪੀਰੀਅਡਸ ਦੈਟ ਇਜ਼ ਆਫਟਰ ਹਾਊ ਮਚ ਟਾਈਮ ਰੈਸਟ ਸ਼ੁੱਡ ਬੀ ਅਲਾਊਡ ਟੂ ਦ EMPLOYEE। ਹੋਈ ਗੱਲ ਹੋ ਗਈ 2 ਘੰਟੇ ਬਾਅਦ ਦੇਣੀ ਜਾਂ 3 ਘੰਟੇ ਬਾਅਦ ਦੇਣੀ, ਤੇ ਕਿੰਨਾ ਟਾਈਮ ਦੇਣੀ ਉਹਨੂੰ। ਟੂ ਡਿਟਰਮਾਈਨ ਹਾਊ ਮੈਨੀ ਟਾਈਮਸ ਸ਼ੁੱਡ ਰੈਸਟ ਪੀਰੀਅਡ ਬੀ ਪ੍ਰੋਵਾਈਡਡ ਡਿਊਰਿੰਗ ਦ ਫੁੱਲ ਡੇਜ਼ ਵਰਕ। ਇਹ ਵੇਖਣਾ ਕਿ 5 ਘੰਟੇ, ਇਹ ਦੇਖਣਾ ਕਿ ਜੇ 2 ਘੰਟੇ ਬਾਅਦ ਉਹਨੂੰ 15 ਮਿੰਟ ਰੈਸਟ ਦੇਣੀ ਆ ਤਾਂ ਕਿੰਨੀ ਵਾਰੀ ਦੇਣੀ ਆ, 15 ਮਿੰਟ ਰੈਸਟ 5 ਵਾਰੀ ਦੇਣੀ ਆ, 3 ਵਾਰੀ ਦੇਣੀ, 4 ਵਾਰੀ ਦੇਣੀ, ਠੀਕ ਹੈ। ਟੂ ਮੇਨਟੇਨ ਦ ਐਫੀਸ਼ੀਐਂਸੀ ਆਫ ਵਰਕਰਸ ਐਂਡ ਆਰਗੇਨਾਈਜੇਸ਼ਨ। ਤੇ ਓਬਵੀਅਸਲੀ ਜਦੋਂ ਆਪਾਂ ਕੀ ਕਰਾਂਗੇ, ਜਦੋਂ ਆਪਾਂ ਆਪਾਂ ਉਹਨੂੰ ਰੈਸਟ ਦੇਵਾਂਗੇ, ਓਬਵੀਅਸਲੀ ਰੈਸਟ ਤੋਂ ਬਾਅਦ ਉਹ ਬੈਟਰ ਪਰਫਾਰਮ ਕਰੂਗਾ ਵਰਕਰ। ਜੋ ਬੈਟਰ ਪਰਫਾਰਮ ਕਰੂਗਾ ਤੁਹਾਡੀ ਆਰਗੇਨਾਈਜੇਸ਼ਨ ਓਬਵੀਅਸਲੀ ਬੈਟਰ ਹੀ ਪਰਫਾਰਮ ਕਰੂਗੀ। ਦੈਟਸ ਆਲ ਫॉर ਟੁਡੇ ਬੱਚੇ।